ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਕਾਫੀ ਦੇਰ ਚਰਚਾ 'ਚ ਰਿਹਾ ਕਿਸਾਨ ਅੰਦੋਲਨ। ਕਿਸਾਨੀ ਨੂੰ ਲੈ ਕੇ ਬਹੁਤੇਰੀਆਂ ਗੱਲਾਂ ਕੀਤੀਆਂ ਗਈਆਂ, ਕਿਸਾਨਾਂ ਦੀ ਸਥਿਤੀ ਨੂੰ ਲੈ ਕੇ ਬਹੁਤੇਰੀਆਂ ਗੱਲਾਂ ਕੀਤੀਆਂ ਗਈਆਂ। 3 ਖੇਤੀ ਕਾਨੂੰਨ ਵਾਪਸ ਹੋਏ, ਇੱਕਜੁੱਟਤਾ ਮਹਿਸੂਸ ਕੀਤੀ ਗੌਰਮੈਂਟਸ ਨੇ ਕਿ ਕਿਸਾਨ ਕਿੱਦਾਂ ਏਕੇ ਵਿੱਚ ਰਹਿ ਕੇ ਵੱਡੇ ਵੱਡੇ ਮਸਲੇ ਹੱਲ ਕਰ ਸਕਦੇ ਨੇ। ਖੈਰ, ਵਾਪਸ ਆਏ ਉੱਥੋਂ ਅੰਦੋਲਨ ਜਿੱਤ ਕੇ। ਖੇਤੀਬਾੜੀ ਦੇ ਮਸਲੇ ਉਵੇਂ ਚੱਲਦੇ ਰਹੇ। ਤੋਮਰ ਸਾਹਿਬ ਅਲੱਗ ਬਿਆਨ ਦਿੰਦੇ ਨੇ, ਜਥੇਬੰਦੀਆਂ ਅਲੱਗ ਬਿਆਨ ਦਿੰਦੀਆਂ ਨੇ ਕਿ ਇਹ ਤੈਅ ਹੋਇਆ ਸੀ ਤੇ ਉਹਦੇ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ। ਔਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਮੁਨਕਰ ਹੈ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ। ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਵਾਅਦੇ ਕੀਤੇ ਨਹੀਂ। MSP ਦੀ ਗੱਲ ਵੀ ਹੋ ਰਹੀ ਆ। ਸੋ ਨਾਲ ਨਾਲ ਅਸੀਂ ਇਹ ਵੀ ਗੱਲ ਕਰ ਰਹੇ ਹਾਂ ਕਿ ਜੋ ਪੰਜਾਬ ਦੇ ਵਿੱਚ ਵੀ ਤੇ ਪੂਰੇ ਭਾਰਤ ਦੇ ਵਿੱਚ ਵੀ ਖੇਤੀਬਾੜੀ ਨੂੰ ਤਰਜੀਹ ਕਿਉਂ ਦਿੱਤੀ ਜਾਂਦੀ ਹੈ, ਕਿਉਂਕਿ ਖੇਤੀਬਾੜੀ ਦੇ ਉੱਤੇ ਆਧਾਰਿਤ ਸਾਡੀ ਇਕੋਨਮੀ ਦਾ ਜ਼ਿਆਦਾ ਹਿੱਸਾ ਰਹਿੰਦਾ। ਇੰਡਸਟਰੀ ਦੇ ਉੱਤੇ ਹਜੇ ਵੀ ਇੰਨਾ ਨਹੀਂ ਹੈ ਜਿੰਨਾ ਖੇਤੀਬਾੜੀ ਦੇ ਉੱਤੇ, ਇਸ ਕਰਕੇ ਜ਼ਿਆਦਾ ਤਰਜੀਹ ਖੇਤੀਬਾੜੀ ਨੂੰ ਦਿੱਤੀ ਜਾਂਦੀ ਹੈ। ਔਰ ਹੁਣ ਜਾ ਕੇ ਇੱਕ 29 ਮੈਂਬਰੀ ਕਮੇਟੀ ਬਣੀ ਖੇਤੀਬਾੜੀ ਦੇ ਉੱਤੇ ਜਿਹੜੇ ਵਿਚਾਰ ਕਰਨੇ ਨੇ MSP ਨੂੰ ਲੈ ਕੇ, ਫਸਲੀ ਚੱਕਰ ਨੂੰ ਲੈ ਕੇ, ਹੋਰ ਨਵੀਂ ਤਰ੍ਹਾਂ ਦੀ ਖੇਤੀਬਾੜੀ ਕਿੱਦਾਂ ਕੀਤੀ ਜਾਵੇ, ਹੋਰ ਕੀ ਕੁਝ ਕਰ ਸਕਦੇ ਹਾਂ ਕਿ ਅਗਾਂਹ ਵਧੂ ਸੋਚਾਂ ਨੂੰ ਲੈ ਕੇ, ਅਗਾਂਹ ਵਧੂ ਸਕੀਮਾਂ ਨੂੰ ਲੈ ਕੇ ਖੇਤੀਬਾੜੀ ਨੂੰ ਹੋਰ ਮਾਡਰਨ ਕੀਤਾ ਜਾਏ। ਪਰ ਉਸ ਕਮੇਟੀ ਵਿੱਚੋਂ ਅਸੀਂ ਦੇਖਦੇ ਹਾਂ ਪੰਜਾਬ ਨੂੰ ਆਊਟ ਕਰ ਦਿੱਤਾ ਗਿਆ। ਸੋ ਇਸ ਬਾਰੇ ਗੱਲਬਾਤ ਕਰਾਂਗੇ, ਕਿਸਾਨੀ ਬਾਰੇ ਗੱਲਬਾਤ ਕਰਾਂਗੇ ਔਰ ਖੇਤੀਬਾੜੀ ਦੀ ਕੀ ਵਿਵਸਥਾ ਹੈ ਤੇ ਕੀ ਅਰਥ ਵਿਵਸਥਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਗੁਰਮੀਤ ਪਲਾਹੀ ਜੀ। ਪਲਾਹੀ ਸਾਹਿਬ ਜੀ ਆਇਆਂ ਨੂੰ। ਮਿਹਰਬਾਨੀ ਸੰਜੀਵ ਜੀ। ਪਲਾਹੀ ਸਾਹਿਬ, ਇਹ ਕੀ ਹੋ ਰਿਹਾ ਸਾਡੇ ਪੰਜਾਬ ਦੇ ਨਾਲ, ਇਹ ਸਮਝ ਨਹੀਂ ਪੈਂਦਾ। ਜ਼ਰਾ ਤੁਸੀਂ ਸਮਝਾਉਣ ਦੀ ਖੇਚਲ ਕਰੋ। ਦੇਖੋ, ਇੱਕ ਜਿਹੜੀ ਸਭ ਤੋਂ ਮੰਦਭਾਗੀ ਘਟਨਾ ਮੈਂ ਸਮਝਦਾ ਕਿ ਪੰਜਾਬ ਦੇ ਹਿੱਤਾਂ ਦੇ ਉਲਟ ਭਾਰਤ ਦੀ ਸਰਕਾਰ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਔਰ 8 ਮਹੀਨਿਆਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਕਿ MSP ਦੇ ਬਾਰੇ ਚਰਚਾ ਕਰੇਗੀ ਔਰ ਆਪਣੇ ਫੈਸਲੇ ਜਿਹੜੇ ਆ ਲਾਗੂ ਕਰੇਗੀ। ਹੈਰਾਨੀ ਵਾਲੀ ਹਾਂਜੀ ਗੱਲ ਇਹ ਆ ਭਈ ਸੰਜੇ ਸਿੰਘ ਸਾਬਕਾ ਜਿਹੜਾ ਸਕੱਤਰ ਸੀ ਐਗਰੀਕਲਚਰ ਦਾ, ਜਿਸ ਨੇ ਇਹ ਸਾਰੇ ਕਾਨੂੰਨ ਬਣਾਉਣ ਦੇ ਵਿੱਚ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਵਿੱਚ ਬੜੀ ਵੱਡੀ ਭੂਮਿਕਾ ਅਦਾ ਕੀਤੀ ਸੀ, ਉਸ ਨੂੰ ਇਸ ਦਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਔਰ 5 ਉਹ ਕਿਸਾਨ ਜਿਹੜੇ ਕਿ ਸਰਕਾਰੀ ਦਰਬਾਰੇ ਜਿਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ, ਉਹਨਾਂ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ। 5 ਸਕੱਤਰ ਲੈਵਲ ਦੇ ਵਿਅਕਤੀ ਜਿਹੜੇ ਆਫੀਸਰ ਨੇ ਨੌਕਰਸ਼ਾਹੀ ਦੇ ਵਿੱਚੋਂ, ਉਹਨਾਂ ਨੂੰ ਲਿਆ ਗਿਆ। ਤੇ ਇਸ ਤੋਂ ਵੀ ਅਗਲੀ ਗੱਲ ਇਹ ਕਿ ਜਬਲਪੁਰ ਤੇ ਜੰਮੂ ਯੂਨੀਵਰਸਿਟੀਆਂ ਜਿਹੜੀਆਂ ਨੇ, ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਵਾਈਸ ਚਾਂਸਲਰ ਇਹਦੇ ਵਿੱਚ ਕਮੇਟੀ ਸ਼ਾਮਿਲ ਕੀਤੇ ਗਏ ਨੇ। ਤੇ ਇਹ ਕਿਹਾ ਗਿਆ ਕਿ 3 ਮੈਂਬਰ ਸੰਯੁਕਤ ਮੋਰਚਾ ਦੇ ਹੋਣਗੇ। ਪਰ ਹੈਰਾਨੀ ਇਸ ਗੱਲ ਦੀ ਕਿ ਹਾਂਜੀ ਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਸ ਨੇ ਪੂਰੇ ਵਿਸ਼ਵ ਦੇ ਵਿੱਚ ਖੇਤੀ ਦੇ ਮਾਹਨਿਆਂ ਦੇ ਵਿੱਚ ਬੜੀ ਵੱਡੇ ਮਤਲਬ ਆਪਣੀਆਂ ਪ੍ਰਾਪਤੀਆਂ ਹਨ, ਇੰਟਰਨੈਸ਼ਨਲ ਲੈਵਲ ਤੇ ਉਸਨੇ ਖੇਤੀ ਸਾਇੰਸਦਾਨ ਪੈਦਾ ਕੀਤੇ ਹਨ। ਕਣਕ ਤੇ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਨਵੇਂ ਬੀਜ ਆਦਾਦ ਕਰਕੇ ਉਹਨਾਂ ਨੇ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਸ ਯੂਨੀਵਰਸਿਟੀ ਨੂੰ ਵੀ ਪਾਸੇ ਰੱਖ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਸੰਯੁਕਤ ਮੋਰਚੇ ਦੇ ਜਿਹੜੇ 3 ਮੈਂਬਰ ਲੈਣ ਦੀ ਗੱਲ ਉਹਨਾਂ ਨੇ ਕਰ ਦਿੱਤੀ ਆ। ਪਰ ਅਸਲ ਜੀ। ਮਾਇਨਿਆਂ ਦੇ ਵਿੱਚ ਪੰਜਾਬ ਜਿਹੜਾ ਹੈ ਉਸ ਨੂੰ ਪੂਰੀ ਤਰ੍ਹਾਂ ਇਸ ਮਾਮਲੇ ਤੇ ਇਗਨੋਰ ਕਰਕੇ ਰੱਖ ਦਿੱਤਾ। ਅਸਲ ਵਿੱਚ ਤਾਂ ਹਾਂਜੀ ਜਦੋਂ ਤੋਂ ਸੰਯੁਕਤ ਮੋਰਚੇ ਨੇ ਲੜਾਈ ਲੜੀ ਹੈ, ਉਹ ਲੜਾਈ ਜਿੱਤੀ ਹੈ। ਜਿੱਤਣ ਤੋਂ ਬਾਅਦ ਕੇਂਦਰ ਦੀ ਸਰਕਾਰ ਆਪਣੀ ਬੜੀ ਹੇਠੀ ਮਹਿਸੂਸ ਕਰਦੀ ਸੀ। ਜਿਸ ਹਾਂਜੀ ਵੇਲੇ ਹੜਤਾਲ ਵਾਪਸ ਲਈ ਗਈ, ਮੋਰਚਾ ਵਾਪਸ ਲਿਆ ਗਿਆ, ਉਹ ਇਸ ਗੱਲ ਦਾ ਫੈਸਲਾ ਹੋਇਆ ਸੀ ਕਿ MSP ਦੇ ਉੱਤੇ ਇੱਕ ਕਮੇਟੀ ਬਣਾਈ ਜਾਏਗੀ, ਜਿਹਦੇ ਵਿੱਚ ਸਭ ਨੂੰ ਯੋਗ ਪ੍ਰਤੀਨਿਧਤਾ ਜਿਹੜੀ ਦਿੱਤੀ ਜਾਏਗੀ। ਔਰ ਯੋਗ ਪ੍ਰਤੀਨਿਧਤਾ ਦੇਣ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਉਹ ਲੋਕ ਸਾਰੇ ਉਸ ਕਮੇਟੀ ਦੇ ਵਿੱਚ ਭਰਤੀ ਕਰ ਦਿੱਤੇ ਗਏ ਨੇ ਜਿਹੜੇ ਖੇਤੀਬਾੜੀ ਜਿਹੜਾ ਕਾਨੂੰਨ ਸੀ, ਖੇਤੀ ਐਕਟ, ਉਹਦੇ ਹੱਕ ਦੇ ਵਿੱਚ ਭੁਗਤੇ ਸਨ। ਔਰ ਸ਼ਰੇਆਮ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਆਪਣੇ ਐਫੀਡੇਵਿਟ ਜਾਂ ਆਪਣੇ ਵਿਚਾਰ ਜਿਹੜੇ ਨੇ ਉਹ ਦਰਜ ਕਰਵਾਏ ਸਨ। ਇਹੋ ਜਿਹੀ ਹਾਲਤ ਦੇ ਵਿੱਚ MSP
ਕਿਸ ਢੰਗ ਦੇ ਨਾਲ ਲਾਗੂ ਕਰਨ ਦੀ ਗੱਲ ਜਿਹੜੀ ਆ ਉਹ ਭਾਰਤ ਦੀ ਸਰਕਾਰ ਕਰੇਗੀ ਜਦ ਉਸ ਦੀ ਪਹਿਲਾਂ ਹੀ ਨੀਤ ਬਦਨੀਤ ਹੋਈ ਪਈ ਹੈ। ਦੇਖੋ ਇਸ ਮਾਮਲੇ ਦੇ ਉੱਤੇ ਇੱਕ ਗੱਲ ਹੋਰ ਕਰਨੀ ਬਣਦੀ ਆ ਵੀ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਭਾਜਪਾ ਤੋਂ ਬਿਨਾਂ ਇਸ ਗੱਲ ਦਾ ਵਿਰੋਧ ਕੀਤਾ। ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਜਿਨ੍ਹਾਂ ਨੇ ਪੰਜਾਬ ਦੇ ਮਾਮਲਿਆਂ ਦੇ ਉੱਤੇ ਜਿਨ੍ਹਾਂ ਨੂੰ ਸਮਝਿਆ ਜਾਂਦਾ ਕਿ ਉਹਨਾਂ ਦੀ ਸਾਰੀ ਚੱਲਦੀ ਹੈ, ਉਹਨਾਂ ਨੇ ਵੀ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਇਹ ਬਹੁਤ ਮੰਦਭਾਗਾ ਫੈਸਲਾ ਕੀਤਾ ਕਿ ਪੰਜਾਬ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪੰਜਾਬ ਨੂੰ ਇਹਦੇ ਵਿੱਚ ਸਹੀ ਢੰਗ ਦੀ ਨੁਮਾਇੰਦਗੀ ਨਹੀਂ ਦਿੱਤੀ ਗਈ। ਜੀ ਭਾਜਪਾ ਦੇ ਕਿਸੇ ਲੀਡਰ ਨੇ ਇਸ ਮਾਮਲੇ ਤੇ ਕੋਈ ਨਾ ਉਹਨਾਂ ਦੇ ਹੱਕ ਵਿੱਚ ਨਾ ਵਿਰੋਧ ਦੇ ਵਿੱਚ ਹਾਲ ਦੀ ਘੜੀ ਬਿਆਨ ਦਿੱਤਾ ਹੈ, ਪਰ ਵੱਖੋ ਵੱਖਰੀਆਂ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਔਰ ਨਾਲ ਦੀ ਨਾਲ ਕਮਿਊਨਿਸਟ ਪਾਰਟੀਆਂ ਔਰ ਸੰਯੁਕਤ ਮੋਰਚੇ ਦੇ ਨੈਸ਼ਨਲ ਲੀਡਰਾਂ ਨੇ ਆਪਣੇ ਵੱਲੋਂ ਨਿੱਜੀ ਬਿਆਨ ਹਾਲੇ ਦਿੱਤੇ ਨੇ, ਪਰ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਕਿਵੇਂ ਉਹ ਇਸ ਸਾਰੀ ਜਿਹੜੀ ਕਾਰਵਾਈ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਉਸ ਦਾ ਬਾਈਕਾਟ ਕਰਦੇ ਨੇ ਜਾਂ ਉਸ ਨੂੰ ਕਿਸ ਢੰਗ ਦੇ ਨਾਲ ਲੈਂਦੇ ਨੇ, ਇਹ ਇੱਕ ਦੋ ਦਿਨਾਂ ਵਿੱਚ ਜਦੋਂ ਵੀ ਮੀਟਿੰਗ ਹੋਏਗੀ ਸੰਯੁਕਤ ਮੋਰਚਾ ਦੀ ਉਸ ਵੇਲੇ ਇਹ ਤੈਅ ਕੀਤਾ ਜਾਏਗਾ। ਇਹ ਗੱਲ ਹੋਰ ਸਮਝਣ ਵਾਲੀ ਹੈ ਕਿ MSP ਕੁਝ ਇੱਕ ਫਸਲਾਂ ਉੱਤੇ ਲਾਗੂ ਕਰਨ ਦੀ ਗੱਲ ਜਿਹੜੀ ਹੈ ਉਹ ਭਾਰਤ ਦੀ ਸਰਕਾਰ ਵੱਲੋਂ ਕੀਤੀ ਗਈ ਸੀ, ਪ੍ਰੋਜੈਕਟ ਦੇ ਉੱਤੇ ਲਾਗੂ ਵੀ ਕੀਤੀ ਜਾ ਰਹੀ ਹੈ, ਪਰ ਕਿਸਾਨਾਂ ਦੀ ਵੱਡੀ ਮੰਗ ਹੈ ਕਿ ਸਾਰੀਆਂ ਫਸਲਾਂ ਦੇ ਉੱਤੇ MSP ਜਿਹੜੀ ਹੈ ਲਾਗੂ ਕੀਤੀ ਜਾਏ ਔਰ ਜੀ ਖੇਤੀ ਦਾ ਬਜਟ ਜਿਹੜਾ ਹੈ ਉਹ ਕੇਂਦਰ ਸਰਕਾਰ ਦਾ ਹੋਵੇ ਚਾਹੇ ਪੰਜਾਬ ਸਰਕਾਰ ਦਾ ਹੋਵੇ ਉਸ ਨੂੰ ਵਧਾਇਆ ਜਾਏ, ਕਰਜ਼ੇ ਮਾਫ ਕੀਤੇ ਜਾਣ। ਬਿਜਲੀ ਦੇ ਬਾਰੇ ਜਿਹੜੇ ਕਾਨੂੰਨ ਪਾਸ ਕੀਤੇ ਨੇ ਕੇਂਦਰ ਸਰਕਾਰ ਵੱਲੋਂ ਉਹ ਵਾਪਸ ਲੈਣ ਦੀ ਗੱਲ ਵੀ ਹੋਈ ਸੀ ਔਰ ਬਹੁਤ ਸਾਰੇ ਵਾਅਦੇ ਜਿਹੜੇ ਕੇਂਦਰ ਦੀ ਸਰਕਾਰ ਨੇ ਇਸ ਮਾਮਲੇ ਤੇ ਕੀਤੇ ਸਨ, ਉਹਨਾਂ ਵਿੱਚੋਂ ਸਭ ਤੋਂ ਵੱਡਾ ਵਾਅਦਾ ਜਿਹੜਾ ਸੀ ਉਹ ਘੱਟੋ ਘੱਟ ਮੁੱਲ ਜਿਹੜਾ ਨਿਰਧਾਰਿਤ ਕਰਨ ਦਾ ਸੀ ਉਹ ਕੀਤਾ ਸੀ। ਪਰ ਜਿਵੇਂ ਜੀ ਜਾਪ ਪੇ ਕਮੇਟੀ ਬਣਾਈ ਗਈ ਹੈ, ਇਹ ਬੇਈਮਾਨੀ ਵਾਲੀ ਕਮੇਟੀ ਇਸ ਨੂੰ ਕਿਸਾਨ ਲੀਡਰ ਕਹਿ ਰਹੇ ਨੇ ਔਰ ਵੱਖੋ ਜੀ ਵੱਖਰੀਆਂ ਪਾਰਟੀਆਂ ਵੀ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹੋਈਆਂ ਜਾਪਦੀਆਂ ਨੇ। ਜੀ ਭਲਾਈ ਸਾਹਿਬ, ਹੁਣ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕਮੇਟੀ ਤੋਂ ਬਾਹਰ ਪੰਜਾਬ ਨੂੰ ਰੱਖ ਦਿੱਤਾ ਗਿਆ। ਇਹ ਪੰਜਾਬ ਤੋਂ, ਪੰਜਾਬੀਆਂ ਤੋਂ ਕੋਈ ਨਾਰਾਜ਼ਗੀ ਹੈ, ਕੋਈ ਡਰ ਆਉਂਦਾ ਹੈ? ਇਹ ਗੱਲ ਕੀ ਹੈ ਵੈਸੇ? ਵਿਚਲੀ ਗੱਲ ਕੀ, ਤੁਹਾਨੂੰ ਕੀ ਮਹਿਸੂਸ ਹੁੰਦਾ, ਤੁਹਾਡਾ ਤਜਰਬਾ ਕੀ ਕਹਿੰਦਾ? ਦੇਖੋ ਪੰਜਾਬ ਤੋਂ ਕੇਂਦਰ ਦੀ ਸਰਕਾਰ ਨੂੰ ਸਦਾ ਹੀ ਡਰ ਲੱਗਦਾ ਰਿਹਾ, ਖਾਸ ਤੌਰ ਤੇ ਪੰਜਾਬੀਆਂ ਤੋਂ ਡਰ ਇਸ ਕਰਕੇ ਬਹੁਤਾ ਲੱਗਦਾ ਕਿਉਂਕਿ ਅਣਖੀ ਯੋਧੇ ਨੇ ਆਪਣੀ ਗੱਲ ਨੂੰ ਮਨਾਉਣ ਦਾ ਇਹਨਾਂ ਨੂੰ ਵੱਲ ਆਉਂਦਾ ਔਰ ਜਿਸ ਗੱਲ ਤੇ ਅੜਦੇ ਨੇ, ਚਾਹੇ ਉਹ ਫੌਜ ਦਾ ਖੇਤਰ ਹੋਵੇ ਚਾਹੇ ਉਹ ਖੇਤੀ ਦਾ ਖੇਤਰ ਹੋਵੇ, ਉਹਨਾਂ ਨੇ ਇਹੋ ਜਿਹੀਆਂ ਪਲਾਂਘਾਂ ਪੁੱਟੀਆਂ ਨੇ ਕਿ ਉਹਨਾਂ ਦੇ ਉੱਤੇ ਪੂਰਾ ਦੇਸ਼ ਜਿਹੜਾ ਹੈ ਮਾਣ ਕਰਦਾ। ਇਸ ਤੋਂ ਵੀ ਅਗਲੀ ਗੱਲ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਂ ਆਪਣੇ ਉਹ ਅਕੀਦੇ ਜਿਹੜੇ ਉਹਨਾਂ ਵੱਲੋਂ ਤੈਅ ਕੀਤੇ ਹੋਏ ਨੇ, ਜਿਵੇਂ ਕਿ ਖੇਤੀਬਾੜੀ ਦਾ ਐਕਟ ਜਦੋਂ ਬਣਿਆ ਉਹਦੇ ਵਿਰੋਧ ਵਿੱਚ ਪੰਜਾਬ ਪਹਿਲਾਂ ਖੜਾ ਹੋਇਆ ਔਰ ਪੂਰੇ ਭਾਰਤ ਨੂੰ ਉਹਨਾਂ ਨੇ ਦਰਸ਼ਨ ਕਰਵਾਇਆ ਕਿ ਕਿਵੇਂ ਵਿਰੋਧ ਦੀ ਭਾਸ਼ਾ ਦੇ ਨਾਲ ਵੱਡੇ ਹਾਕਮਾਂ ਨੂੰ ਵੀ ਬਹੁਤ ਸ਼ਾਂਤਮਈ ਢੰਗ ਦੇ ਨਾਲ ਮੂੰਹ ਮੂੰਹ ਕੀਤਾ ਜਾ ਸਕਦਾ। ਸੋ ਇਸ ਮਾਮਲੇ ਦੇ ਉੱਤੇ ਮੈਂ ਸਮਝਦਾ ਪਈ ਕੇਂਦਰ ਦੀ ਸਰਕਾਰ ਸਦਾ ਹੀ ਚਿੰਤਤ ਵੀ ਰਹੀ। ਇਸ ਤੋਂ ਵੀ ਵੱਧ ਇਹ ਬਦਨਾਮ ਕਰਨ ਦਾ ਵੀ ਪੰਜਾਬੀਆਂ ਨੂੰ ਯਤਨ ਹੋਇਆ। ਇਸ ਤੋਂ ਵੀ ਅੱਗੇ ਗੱਲ ਵੀ ਉਹਨਾਂ ਨੂੰ ਕੀੜੇ ਮਕੌੜੇ ਤੱਕ ਕਹਿਣ ਦੀ ਜਿਹੜੀ ਜੁਰਤ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੇ ਕੀਤੀ। ਇਹ ਆਪਣੇ ਆਪ ਦੇ ਵਿੱਚ ਇਹ ਗੱਲ ਸਿੱਧ ਕਰਦਾ ਵੀ ਪੰਜਾਬੀਆਂ ਨੂੰ ਠਿੱਬੀ ਲਾਉਣ ਦੀ ਖਾਤਰ ਕੇਂਦਰ ਦੀਆਂ ਸਰਕਾਰਾਂ ਸਦਾ ਯਤਨ ਕਰਦੀਆਂ ਰਹੀਆਂ ਨੇ। ਦੇਖੋ 15 ਜੁਲਾਈ 1947 ਨੂੰ ਜਿਸ ਵੇਲੇ ਅੰਗਰੇਜ਼ ਨੇ ਭਾਰਤ ਦੇ ਇਸ ਪੰਜਾਬ ਦੀ ਵੰਡ ਦਾ ਐਲਾਨ ਕੀਤਾ ਸੀ, ਉਸ ਵੇਲੇ ਲੱਖਾਂ ਲੋਕ ਮਾਰੇ ਗਏ, ਮਾਸੂਮ ਪੰਜਾਬੀ ਜਿਹੜੇ ਪੰਜਾਬੀ ਬੋਲਦੇ ਸਨ ਔਰ ਦੇਖੋ 10 ਟ੍ਰਿਲੀਅਨ ਡਾਲਰ ਦਾ ਨੁਕਸਾਨ ਜਾਇਦਾਦ ਦਾ ਉਸ ਸਮੇਂ ਤੇ ਪੰਜਾਬੀਆਂ ਦਾ ਹੋਇਆ। ਇਹ ਕੇਂਦਰ ਦੀ ਸਰਕਾਰ ਔਰ ਜਿਹੜੇ ਵੱਖੋ ਵੱਖਰੇ ਨੇਤਾ ਲੋਕ ਸਨ ਭਾਰਤ ਦੇ,
ਉਹਨਾਂ ਦੀ ਸਹਿਮਤੀ ਦੇ ਨਾਲ ਹੀ ਹੋਇਆ ਸੀ। ਉਸ ਤੋਂ ਬਾਅਦ ਐਮਰਜੈਂਸੀ ਲੱਗੀ ਹੈ। ਐਮਰਜੈਂਸੀ ਦੇ ਮਾਮਲੇ ਦੇ ਉੱਤੇ ਪੰਜਾਬੀਆਂ ਨੇ ਵਿਰੋਧ ਕੀਤਾ, ਡਟ ਕੇ ਵਿਰੋਧ ਕੀਤਾ, ਔਰ ਜਿੰਨੀਆਂ ਵੀ ਸਰਕਾਰਾਂ ਹਾਂਜੀ। ਬਾਅਦ ਵਿੱਚ ਕਾਂਗਰਸ ਦੇ ਰਾਜ ਵੇਲੇ ਤੋਂ ਅੱਗੋਂ ਬਣੀਆਂ ਨੇ, ਉਹਨਾਂ ਵਿੱਚ ਜੇ ਸੈਂਟਰ ਦੇ ਵਿੱਚ ਕੇਂਦਰ ਦੀ ਸਰਕਾਰ ਕਾਂਗਰਸ ਦੀ ਸੀ ਤੇ ਸੂਬੇ ਵਿੱਚ ਉਸ ਤੋਂ ਉਲਟ ਵਾਲੀਆਂ ਅਕਾਲੀ ਦਲ ਦੀਆਂ ਜਾਂ ਹੋਰ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਰਹੀਆਂ ਨੇ। ਸੋ ਪੰਜਾਬੀ ਅਣਖੀਲੇ ਨੇ। ਆ ਦੇਖੋ, ਪੰਜਾਬੀਆਂ ਨੇ ਇਸ ਗੱਲ ਦਾ ਵੀ ਸਿੱਟਾ ਕੱਢ ਕੇ ਦਿਖਾ ਦਿੱਤਾ ਵੀ ਕੋਈ ਵੀ ਪਾਰਟੀ ਉਹਨਾਂ ਦੇ ਨਾਲ ਧੋਖਾ ਨਹੀਂ ਕਰ ਸਕਦੀ। ਪੰਜਾਬ ਵਿੱਚ ਲਾ ਐਂਡ ਆਰਡਰ ਦੀ ਜਿਹੜੀ ਸਮੱਸਿਆ ਖੜੀ ਹੋਈ, ਇਸ ਢੰਗ ਦੇ ਕਤਲ ਹੋਏ, ਤੁਸੀਂ ਦੇਖੋ ਗਾਇਕ ਦਾ ਕਤਲ ਹੋਇਆ, ਕਬੱਡੀ ਦੇ ਖਿਡਾਰੀਆਂ ਦੇ ਕਤਲ ਹੋਏ, ਤੇ ਉਸ ਕਤਲ ਦੀ ਜ਼ਿੰਮੇਵਾਰੀ ਪੰਜਾਬੀਆਂ ਨੇ, ਖਾਸ ਤੌਰ ਤੇ ਸੰਗਰੂਰ ਦੇ ਪੰਜਾਬੀਆਂ ਨੇ ਇਹ ਅਫਜ਼ਾਨਾ ਦੇ ਕੇ ਕੀਤੀ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਜਿਹਨੇ 3 ਮਹੀਨੇ ਪਹਿਲਾਂ ਬਹੁਤ ਵੱਡੀ ਬਹੁ ਗਿਣਤੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਉਸ ਏਰੀਏ ਹਾਂਜੀ। ਦੇ ਵਿੱਚ ਉਹ ਸਿਮਰਨਜੀਤ ਸਿੰਘ ਮਾਨ ਤੋਂ ਬੁਰੀ ਤਰ੍ਹਾਂ ਚਿੱਤ ਹੋ ਗਈ। ਇਹ ਪੰਜਾਬੀਆਂ ਦੇ ਵਿੱਚ ਇੱਕ ਰਿਵੋਲਟ ਵਾਲੀ ਗੱਲ ਸੀ। ਭਾਵੇਂ ਸਮੇਂ ਦੇ ਅਨੁਸਾਰ ਪਲਟਬਾਜ਼ੀ ਹੋਣ ਦੀ ਗੱਲ ਜਿਹੜੀ ਹੈ ਸਾਹਮਣੇ ਆਈ ਆ, ਪਰ ਇਹ ਪੰਜਾਬੀਆਂ ਦੇ ਰੋਹ ਨੂੰ, ਪੰਜਾਬੀਆਂ ਦੀ ਅਣਖ ਨੂੰ, ਪੰਜਾਬੀਆਂ ਦੇ ਸੁਭਾਅ ਨੂੰ, ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਵਾਲੀ ਇੱਕ ਇਹੋ ਜਿਹੀ ਪਰੰਪਰਾ ਹੈ ਜਿਸ ਨੂੰ ਸਦਾ ਪੰਜਾਬੀਆਂ ਨੇ ਆਪਣੇ ਸੀਨੇ ਨਾਲ ਲਾਈ ਰੱਖਿਆ। ਸੋ ਡਰ ਸੱਚਮੁੱਚ ਜਿਵੇਂ ਤੁਸੀਂ ਕਹਿੰਦੇ ਹੋ, ਕੇਂਦਰ ਦੀ ਸਰਕਾਰ ਨੂੰ ਲੱਗਦਾ ਕਿ ਜੇ ਮੁੜ ਕੇ ਫੇਰ ਪੰਜਾਬ ਦੇ ਲੋਕ ਜਿਹੜੇ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਸਟੈਂਡ ਲੈਂਦੇ ਨੇ, ਤੇ ਫਿਰ ਸਰਕਾਰ ਨੂੰ ਫਿਰ ਲੈਣੇ ਤੇ ਦੇਣੇ ਕਹਿ ਸਕਦੇ ਨੇ। ਇਹੋ ਹੀ ਕਾਰਨ ਹੈ ਵੀ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਤਾਰਕੀਡੋ ਕਰਕੇ ਐਮਐਸਪੀ ਦੇ ਮਾਮਲੇ ਦੇ ਉੱਤੇ ਖਾਸ ਤੌਰ ਤੇ ਸੰਯੁਕਤ ਮੋਰਚੇ ਨੂੰ ਠਿੱਠ ਕਰਨਾ ਚਾਹੁੰਦੀ ਆ, ਔਰ ਠਿੱਠ ਕਰਨ ਦੀ ਖਾਤਰ ਹੀ ਦੇਖੋ ਕਿਵੇਂ ਇਹਨਾਂ ਦੇ ਵਿੱਚ ਦਫੇੜ ਪਾਇਆ ਗਿਆ। ਕੁਝ ਲੋਕ ਇਲੈਕਸ਼ਨ ਲੜਨ ਵੱਲ ਨੂੰ ਤੁਰ ਪਏ, ਕੁਝ ਲੋਕ ਇਲੈਕਸ਼ਨ ਦੇ ਬਾਈਕਾਟ ਵੱਲ ਨੂੰ ਤੁਰ ਪਏ, ਤੇ ਇਹ ਸਾਰੇ ਕੁਝ ਦਾ ਲਾਹਾ ਜਿਹੜਾ ਹੈ, ਜਿੱਥੇ ਕੇਂਦਰ ਦੀ ਸਰਕਾਰ ਨੇ ਲਿਆ, ਉੱਥੇ ਆਮ ਆਦਮੀ ਪਾਰਟੀ ਵੀ ਇਹ ਸਾਰੇ ਕੁਝ ਦੇ ਵਿੱਚੋਂ ਖੱਟ ਗਈ। ਸੋ ਸੰਯੁਕਤ ਮੋਰਚਾ ਜਿਹੜਾ ਇੱਕ ਬਹੁਤ ਸੋਲਿਡ, ਇੱਕ ਇਹੋ ਜਿਹੀ ਸੰਸਥਾ ਬਣ ਗਿਆ ਸੀ, ਨਾਨ ਪੋਲੀਟੀਕਲ ਸੰਸਥਾ, ਜਿਸ ਦਾ ਆਪਣਾ ਬਹੁਤ ਵੱਡਾ ਪ੍ਰੈਸ਼ਰ ਸੀ, ਜਿਹੜਾ ਇਸ ਗੱਲ ਲਈ ਜਾਣਿਆ ਜਾਣ ਲੱਗ ਪਿਆ ਸੀ ਕਿ ਇੱਕ ਵੱਖਰੀ ਕਿਸਮ ਦਾ ਇਨਕਲਾਬ ਹੈ ਇਹਨਾਂ ਨੇ ਲਿਆਂਦਾ। ਆਪਸ ਵਿੱਚ ਫਿਰਕੂ ਵੰਡਾਂ ਜਿਹੜੀਆਂ ਸੀ ਪਾਈਆਂ ਗਈਆਂ, ਉਸ ਨੂੰ ਖਤਮ ਕੀਤਾ। ਹਰਿਆਣੇ ਦੇ ਨਾਲ ਇਹਨਾਂ ਨੇ ਦੋਸਤੀ ਕੀਤੀ। ਹਰਿਆਣੇ ਦੇ, ਪੰਜਾਬ ਦੇ, ਯੂਪੀ ਦੇ ਕਿਸਾਨ ਇਕਮੁੱਠ ਹੋ ਕੇ ਲੜੇ। ਇਹ ਆਪਣੇ ਆਪ ਦੇ ਵਿੱਚ ਇਹੋ ਜਿਹੀਆਂ ਵੱਡੀਆਂ ਪ੍ਰਾਪਤੀਆਂ ਸਨ ਜਿਨ੍ਹਾਂ ਦੇ ਮੁਕਾਬਲੇ ਦੇ ਉੱਤੇ ਖੇਤੀ ਕਾਨੂੰਨ ਉਹ ਰੱਦ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ। ਪਰ ਉਸ ਵੇਲੇ ਜਿਹੜੀ ਗੱਲ ਇਹ ਛੱਡ ਕੇ ਆ ਗਏ ਕਿ ਐਮਐਸਪੀ ਜਿਹੜੀ ਹੈ ਉਸ ਨੂੰ ਲਾਗੂ ਕਰਾਉਣ ਤੋਂ ਬਿਨਾਂ ਹੀ ਇਹ ਘਰਾਂ ਨੂੰ ਪਰਤ ਆਏ। ਉਸ ਦਾ ਖਿਮਿਆਜ਼ਾ ਜਿਹੜਾ ਹੈ ਉਹ ਸ਼ਾਇਦ ਕਿਸਾਨਾਂ ਨੂੰ, ਪੰਜਾਬ ਦੇ ਨਹੀਂ ਸਮੁੱਚੇ ਦੇਸ਼ ਦੇ ਖਜ਼ਾਨਾ ਨੂੰ ਭੁਗਤਣਾ ਪੈ ਰਿਹਾ। ਤੋ ਇਸ ਮਾਮਲੇ ਦੇ ਉੱਤੇ ਮੁੜ ਕੇ ਫਿਰ 8 ਮਹੀਨਿਆਂ ਦੇ ਬਾਅਦ ਕੇਂਦਰ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ, ਉਸ ਨੂੰ ਪੰਜਾਬੀਆਂ ਨੇ ਕਦੇ ਵੀ ਪ੍ਰਵਾਨ ਨਹੀਂ ਕਰਨਾ ਤੇ ਨਾ ਇਹ ਪ੍ਰਵਾਨ ਕਰਨ ਯੋਗ ਹੈ। ਦੇਖੋ ਪਲਾਈ ਸਾਹਿਬ, ਗੱਲ ਇਹ ਹੈ ਕਿ ਹੁਣ ਜੋ ਉਹਨਾਂ ਨੇ ਫੈਸਲਾ ਕਰ ਲਿਆ ਉਹ ਤਾਂ ਕਰ ਲਿਆ, ਉਹਦਾ ਵਿਰੋਧ ਵੀ ਕਰ ਸਕਦੇ ਹਾਂ ਆਪਣੇ ਤਰੀਕੇ ਨਾਲ, ਪਰ ਗੱਲ ਇਹ ਹੈ ਕਿ ਉਹ ਮੰਨਦੇ ਨੇ ਕਿ ਨਹੀਂ ਮੰਨਦੇ, ਪੰਜਾਬ ਨੂੰ ਸ਼ਾਮਿਲ ਕਰਦੇ ਨੇ ਕਿ ਨਹੀਂ ਕਰਦੇ, ਇਹ ਵੱਖਰੀ ਗੱਲ ਹੈ। ਹੁਣ ਪੰਜਾਬ ਨੂੰ ਤੁਹਾਨੂੰ ਲੱਗਦਾ ਕਿ ਇਹਦਾ ਖਾਮਿਆਜ਼ਾ ਭੁਗਤਣਾ ਪਏਗਾ, ਘਾਟਾ ਪਏਗਾ, ਕੋਈ ਨੁਕਸਾਨ ਹੋਏਗਾ ਕਿਉਂਕਿ ਪੰਜਾਬ ਨੂੰ ਆਊਟ ਕਰ ਦਿੱਤਾ ਗਿਆ? ਦੇਖੋ, ਇਸ ਗੱਲ ਦਾ ਨੁਕਸਾਨ ਤਾਂ ਹੋਏਗਾ ਹੀ ਜੇ ਮੁੜ ਕੇ ਹਾਂਜੀ। ਫਿਰ ਐਮਐਸਪੀ ਦੇ ਮਾਮਲੇ ਦੇ ਉੱਤੇ ਜਿਹੜੀ ਕਮੇਟੀ ਹੈ ਆਪਣੀਆਂ ਸਿਫਾਰਸ਼ਾਂ ਦੇ ਦਿੰਦੀ ਆ, ਤੇ ਸੰਯੁਕਤ ਮੋਰਚਾ ਜਿਹੜਾ ਹੈ ਆਪਣਾ ਪੱਖ ਉੱਥੇ ਜਾ ਕੇ ਨਹੀਂ ਰੱਖਦਾ, ਤੇ ਮੁੜ ਕੇ ਫਿਰ ਖੇਤੀ ਕਾਨੂੰਨ ਦੁਬਾਰਾ ਪਾਸ ਕਰਨ ਦੀ ਗੱਲ ਤਰੋੜ ਮਰੋੜ ਕੇ ਫਿਰ ਯਤਨ ਹੋਏਗਾ। ਇਹਦੇ ਲਈ ਤਾਂ ਇੱਕੋ ਗੱਲ ਹੈ ਕਿ ਏਕਤਾ ਦੇ ਨਾਲ, ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਜਾ ਕੇ ਮੋਰਚੇ ਗੱਡੇ ਸਨ, ਇਸੇ ਢੰਗ ਦੇ ਨਾਲ ਕਿਸੇ ਹੋਰ ਢੰਗ ਦੇ ਨਾਲ ਇਸ ਲਹਿਰ ਨੂੰ ਅੱਗੇ ਚਲਾਉਣ ਦੀ ਲੋੜ ਹੋਏਗੀ, ਕਿਉਂਕਿ ਨਹੀਂ ਤਾਂ ਫਿਰ ਪੰਜਾਬ ਨੂੰ ਇੱਕ ਬੜਾ ਵੱਡਾ ਖਮਿਆਜ਼ਾ ਭੁਗਤਣਾ ਪਏਗਾ। ਕਿਉਂਕਿ ਪੰਜਾਬ ਖੇਤੀਬਾੜੀ ਸਟੇਟ ਹੈ, ਇਸ ਦਾ ਦਾਰੋਮਦਾਰ ਖੇਤੀ ਹੈ, ਇਸ ਦੀ ਆਮਦਨ ਦਾ ਸਾਧਨ ਖੇਤੀ ਹੈ, ਇਸ ਦੀ GDP ਵੀ ਇਸੇ ਕਰਕੇ ਵੱਡੀ ਹੈ, ਔਰ ਪੰਜਾਬ ਨੂੰ ਇਸੇ ਕਰਕੇ ਪੂਰੇ ਰਾਸ਼ਟਰ ਦੇ ਵਿੱਚ ਇੱਕ ਮਾਨ ਸਨਮਾਨ ਮਿਲਦਾ। ਜੇ ਇਹ ਮਾਨ ਸਨਮਾਨ
ਖਤਮ ਹੋ ਜਾਂਦਾ ਹੈ ਖੇਤੀਬਾੜੀ ਦੇ ਮਾਮਲੇ ਦੇ ਉੱਤੇ, ਤੇ ਫਿਰ ਪੰਜਾਬੀ ਤੇ ਮੁੜ ਕੇ ਪੰਜਾਬ ਛੱਡਣ ਲਈ ਮਜਬੂਰ ਤਾਂ ਪਹਿਲਾਂ ਹੀ ਹੋਏ ਪਏ ਨੇ, ਤੇ ਜਿੰਨੇ ਬਚਦੇ ਖੁੱਜਦੇ ਨੇ ਵੀ ਉਹਨਾਂ ਦਾ ਵੀ ਇਹੋ ਹਾਲ ਹੋਏਗਾ। ਮੇਰੀ ਸਮਝ ਵਿੱਚ ਇਹ ਹੈ ਵੀ MSP ਸਹੀ ਢੰਗ ਦੇ ਨਾਲ ਲਾਗੂ ਨਾ ਕਰਨਾ ਪੰਜਾਬ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ, ਔਰ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਕਿਸੇ ਵੀ ਢੰਗ ਦੇ ਨਾਲ ਪੰਜਾਬੀਆਂ ਨੂੰ ਦਬਾ ਲਈਏ, ਕਿਸੇ ਵੀ ਢੰਗ ਦੇ ਨਾਲ ਪੰਜਾਬ ਦੀ ਹਕੂਮਤ ਕਰਨ ਦੇ ਕਾਬਲ ਹੋ ਜਾਈਏ। ਦੇਖੋ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਯਤਨ ਹੋਇਆ ਲਗਾਤਾਰ, ਬਹੁਤ ਸਾਰੇ ਜੀ ਲੀਡਰਾਂ ਨੂੰ, ਚਾਹੇ ਉਹ ਅਕਾਲੀ ਦਲ ਦੇ ਸਨ, ਚਾਹੇ ਉਹ ਕਾਂਗਰਸ ਦੇ ਸਨ, ਆਪਣੇ 'ਚ ਭਰਤੀ ਕੀਤਾ। ਇੰਟਲੈਕਚੁਅਲ ਜਿਹੜੇ ਨੇ ਜੀ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਪਣੇ ਸ਼ਾਮਲ ਕੀਤਾ, ਸਾਬਕਾ ਅਫਸਰਾਂ ਨੂੰ ਆਪਣੇ ਨਾਲ ਲਿਆ, ਤੇ ਇੱਕ ਇਹੋ ਜਿਹੀ ਫੋਰਸ ਬਣ ਕੇ ਉਹ ਸਾਹਮਣੇ ਆਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਵੇਂ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਬਣ ਕੇ ਪੰਜਾਬ ਦੀ ਹਕੂਮਤ ਨੂੰ ਹਥਿਆ ਲਵਾਂ। ਜੀ ਪਲਾਹੀ ਸਾਹਿਬ, ਹੁਣ ਆਪਾਂ ਆਪਣੇ ਪੰਜਾਬ ਦਾ ਰੁਖ ਕਰਦੇ ਹਾਂ, ਕਿਉਂਕਿ ਸੈਂਟਰ ਦਾ ਪੁਆਇੰਟ ਆਫ ਵਿਊ ਤਾਂ ਆਪਾਂ ਨੂੰ ਕਲੀਅਰ ਹੋ ਗਿਆ। ਤੇ ਹੁਣ ਪੰਜਾਬ ਨੇ ਨਜਿੱਠਣਾ ਕਿਵੇਂ ਹੈ ਇਸ ਕਮੇਟੀ ਦੇ ਜੋ ਗਲਤ ਫੈਸਲੇ ਹੋਣਗੇ, ਜੋ ਪੰਜਾਬ ਦੇ ਹਿੱਤ 'ਚ ਨਹੀਂ ਹੋਣਗੇ, ਉਹਦੇ ਨਾਲ ਨਜਿੱਠਣ ਵਾਸਤੇ ਪੰਜਾਬ ਨੂੰ ਹੁਣੇ ਤੋਂ ਕਿਵੇਂ ਕਮਰ ਕੱਸਣੀ ਪੈਣੀ ਹੈ? ਕਿੱਦਾਂ ਦੀ ਪਾਲਿਸੀ ਚਾਹੀਦੀ ਹੈ ਐਗਰੀਕਲਚਰ ਦੀ, ਕਿੱਦਾਂ ਦਾ ਸਟੇਟ ਗਵਰਨਮੈਂਟ ਦਾ ਰੁਖ ਚਾਹੀਦਾ ਹੈ, ਔਰ ਜੋ ਬਜਟ ਦੇ ਅੰਦਰ ਐਗਰੀਕਲਚਰ ਨੂੰ ਡਿਵੈਲਪ ਕਰਨ ਵਾਸਤੇ ਜਿੰਨਾ ਕੁਝ ਵੀ ਰੱਖਿਆ ਗਿਆ ਹੈ ਉਹਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਏ ਤਾਂ ਕਿ ਕੋਈ ਵੀ ਜੇ ਪੰਜਾਬ ਦੇ ਹੱਕ ਵਿੱਚ ਫੈਸਲਾ ਨਾ ਵੀ ਹੋਵੇ ਤਾਂ ਵੀ ਪੰਜਾਬ ਆਪਣੇ ਆਪ ਵਿੱਚ ਮਜ਼ਬੂਤ ਹੋਵੇ ਐਗਰੀਕਲਚਰ ਦੇ ਤੌਰ ਤੇ। ਦੇਖੋ ਇਹਦੇ ਲਈ ਦੋ ਗੱਲਾਂ ਬੜੀਆਂ ਸਾਫ਼ ਸੁਥਰੀਆਂ ਨੇ। ਉਹ ਇਹ ਹੈ ਕਿ ਪੰਜਾਬ ਦੀ ਸਰਕਾਰ ਇਕੱਲੀ ਨਹੀਂ, ਸਗੋਂ ਸਮੁੱਚੀਆਂ ਪਾਰਟੀਆਂ ਭਾਜਪਾ ਨੂੰ ਛੱਡ ਕੇ ਇਸ ਦਾ ਪੂਰੀ ਤਰ੍ਹਾਂ ਨੈਸ਼ਨਲ ਲੈਵਲ ਤੇ ਵਿਰੋਧ ਕਰਨ। ਦੂਸਰੀ ਗੱਲ ਇਹ ਜੀ ਕਿ ਜਿੰਨੀਆਂ ਸੰਯੁਕਤ ਮੋਰਚੇ ਵਿੱਚ ਸ਼ਾਮਲ ਸਾਰੇ ਲੋਕ ਨੇ, ਮਜ਼ਦੂਰ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ, ਉਹਨਾਂ ਵੱਲੋਂ ਵੀ ਇੱਕ ਸਾਹਮਣੇ ਰੱਖ ਕੇ ਇਹ ਗੱਲ ਕਿ ਪੰਜਾਬ ਨੂੰ ਅਸੀਂ ਡੁੱਬਣ ਨਹੀਂ ਦੇਣਾ, ਇੱਕ ਇਹੋ ਜਿਹੀ ਸਟ੍ਰੈਟਜੀ ਜਿਹੜੀ ਹੈ ਤੈਅ ਕਰਨੀ ਚਾਹੀਦੀ ਹੈ। ਦੇਖੋ ਜਦੋਂ ਹਾਂਜੀ ਮੋਰਚਾ ਵੀ ਚੱਲਿਆ ਉਸ ਵੇਲੇ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ, ਅਮਰਿੰਦਰ ਸਿੰਘ ਦੀ ਸਰਕਾਰ ਨੇ। ਇਸ ਵੇਲੇ ਵੀ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੀ ਸਰਕਾਰ ਹੀ ਨਹੀਂ, ਤੇ ਜਿਵੇਂ ਪਹਿਲਾਂ ਆਪੋਜੀਸ਼ਨ ਨੇ ਪੂਰਾ ਰੋਲ ਅਦਾ ਕੀਤਾ ਉਸ ਮੁਹਿੰਮ ਨੂੰ ਪੂਰੀਆਂ ਕਰਨ ਲਈ, ਸਿਰੇ ਚਾੜਨ ਲਈ, ਬਿਲਕੁਲ ਉਸੇ ਢੰਗ ਦੇ ਨਾਲ ਗੱਲ ਕਰਨ ਦੀ ਲੋੜ ਹੈ। ਦੂਸਰਾ ਇਹ ਆ ਕਿ ਪੰਜਾਬ ਨੂੰ ਖੇਤੀ ਆਧਾਰਿਤ, ਜਿਸ ਵੇਲੇ ਅਸੀਂ ਕਹਿੰਦੇ ਆ ਅਸੀਂ ਫਸਲਾਂ ਤਾਂ ਉਗਾਉਂਦੇ ਆ ਪਰ ਇਹਨਾਂ ਦੇ ਵੇਚਣ ਦਾ ਕੋਈ ਪ੍ਰਬੰਧ ਨਹੀਂ ਕਰਦੇ, ਅਸੀਂ ਵੱਡੇ ਜੀ ਸਟੋਰ ਨਹੀਂ ਬਣਾਏ, ਸਾਡੀ ਲੁੱਟ ਜਿਹੜੇ ਨੇ, ਲੁੱਟ ਕਰਨ ਵਾਲੇ ਜਿਹੜੇ ਵਿਚੋਲੀਏ ਨੇ ਉਹ ਬੜੀ ਵੱਡੀ ਲੁੱਟ ਕਰਦੇ ਨੇ। ਤੋਂ ਇਹੋ ਜਿਹੀ ਸਥਿਤੀ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਖੇਤੀਬਾੜੀ ਦੇ ਸੰਬੰਧ ਵਿੱਚ ਹੋਰ ਵੀ ਜ਼ਿਆਦਾ ਸੰਜੀਦਾ ਹੋਣਾ ਪਏਗਾ। ਸਿਰਫ ਇਹੀ ਨਹੀਂ ਕਿ ਅਸੀਂ ਕੁਝ ਕਰੋੜ ਰੁਪਏ ਜਿਹੜੇ ਨੇ ਉਹ ਖੇਤੀਬਾੜੀ ਲਈ ਲਾਟ ਕਰ ਦਿੱਤੇ, ਜਿਹਦੇ ਵਿੱਚ ਖੇਤੀ ਲਈ ਸਬਸਿਡੀ ਦੇਣੀ ਹੈ, ਖੇਤੀਬਾੜੀ ਲਈ ਪਾਣੀ ਮੁਫਤ ਦੇਣਾ ਹੈ, ਜਾਂ ਥੋੜਾ ਬਹੁਤਾ ਬੀਜਾਂ ਦੇ ਮਾਮਲੇ ਦੇ ਵਿੱਚ ਸਬਸਿਡੀ ਜਾਂ ਖਾਦਾਂ ਦੇ ਮਾਮਲੇ ਤੇ ਸਬਸਿਡੀ ਦੇਣ ਦੀ ਗੱਲ ਕਰਨੀ ਹੈ। ਪਰ ਜੀ ਅਸਲ ਮਾਇਨਿਆਂ ਦੇ ਵਿੱਚ ਖੇਤੀ ਦੇ ਮਾਮਲੇ ਤੇ ਇੱਕ ਵੱਡੀ ਪਾਲਿਸੀ ਬਣਾਉਣ ਦੀ ਲੋੜ ਹੈ। ਤੇ ਉਸ ਤੋਂ ਵੀ ਪਹਿਲਾਂ ਇੱਕ ਗੱਲ ਇਹ ਕਿ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਹੋਇਆ ਕਰਜ਼ਾ ਹੈ ਉਸ ਦੀ ਮਾਫੀ ਕਰਨ ਲਈ ਵੱਡੀ ਰਕਮ ਰੱਖਣ ਦੀ ਲੋੜ ਹੈ, ਕਿਉਂਕਿ ਜੇ ਕਿਸਾਨ ਜਿੰਦਾ ਰਹੇਗਾ ਪੰਜਾਬ ਦੇ ਵਿੱਚ, ਖੇਤੀ ਚੰਗੀ ਹੋਏਗੀ ਤੇ ਚੰਗੀ ਖੇਤੀ ਹੋਏਗੀ, ਪੰਜਾਬ ਦੀ ਇਕਨੋਮੀ ਸਹੀ ਹੋਏਗੀ, ਤੇ ਪੰਜਾਬ ਦੀ ਇਕਨੋਮੀ ਸਹੀ ਹੋਏਗੀ ਤੇ ਪੰਜਾਬ ਖੁਸ਼ਹਾਲ ਹੋਏਗਾ। ਪਰ ਇਸ ਵੇਲੇ ਪੰਜਾਬ ਜਿਹੜਾ ਹੈ ਕੰਗਾਲੀ ਦੇ ਰਸਤੇ ਤੇ ਹੈ। 3 ਲੱਖ ਕਰੋੜ ਰੁਪਏ ਦਾ ਕਰਜ਼ਾ ਇਸ ਦੇ ਸਿਰ ਹੈ। ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ, ਬਹੁਤ ਸਾਰੇ ਲੋਕ ਹਰ ਸਾਲ ਲਗਭਗ ਇਹ ਕਿਹਾ ਜਾ ਰਿਹਾ ਕਿ ਲਗਭਗ 40-50 ਹਜ਼ਾਰ ਛੋਟੇ ਕਿਸਾਨ ਜਿਨ੍ਹਾਂ ਕੋਲ 1-2 ਖੇਤ ਨੇ ਉਹ ਖੇਤੀ ਛੱਡ ਕੇ ਹੋਰ ਕਿੱਤਿਆਂ ਵੱਲ ਨੂੰ ਜਾਣ ਲਈ ਮਜਬੂਰ ਕਰ ਦਿੱਤੇ ਗਏ ਨੇ। ਤੋਂ ਇਹੋ ਜਿਹੇ ਹਾਲਾਤ ਦੇ ਵਿੱਚ ਪੰਜਾਬ ਦਾ ਕੀ ਬਣੇਗਾ, ਇਹ ਤਦੇ ਹੋ ਸਕਦਾ, ਸਹੀ ਹੋ ਸਕਦਾ ਜੇ ਪੰਜਾਬ ਦੀ ਹੁਣ ਵਾਲੀ ਮੌਜੂਦਾ ਸਰਕਾਰ ਕੋਈ ਖੇਤੀ ਨੀਤੀ ਬਣਾਵੇ। ਜੀ ਨੰਬਰ 2 ਦੇ ਉੱਤੇ MSP ਜੇ ਕੇਂਦਰ ਸਰਕਾਰ ਲਾਗੂ ਨਹੀਂ ਵੀ ਕਰਦਾ ਤੇ ਪੰਜਾਬ ਦੀ ਸਰਕਾਰ ਵਿੱਚ ਇਹੋ ਜਿਹੀ ਸਮਰੱਥਾ ਹੋਣੀ ਚਾਹੀਦੀ ਆ ਕਿ ਜਿਹੜੀਆਂ ਜ਼ਰੂਰੀ ਫਸਲਾਂ ਨੇ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਸਬਸਿਡੀ ਨਾ, ਕੇਂਦਰ ਸਰਕਾਰ MSP ਨਾ ਲਾਗੂ ਕਰੇ,
ਉਹ ਨਾ ਬਾਕੀ ਸਾਰੀਆਂ ਫਸਲਾਂ ਨੂੰ ਸਮੇਤ ਦੁੱਧ ਦੇ ਇਸ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ। ਖੇਤੀ ਦਾ ਇਹ ਮਾਡਲ ਹੀ ਪੰਜਾਬ ਦੇ ਵਿੱਚ ਸਫਲ ਹੋ ਸਕਦਾ। ਜਾਂ ਦੂਜੇ ਨੰਬਰ ਤੇ ਇਹ ਆ ਕਿ ਜਿਵੇਂ ਨਾਨਕ ਖੇਤੀ ਦਾ ਕਨਸੈਪਟ ਇੱਕ ਜੀ ਪੰਜਾਬ ਦੇ ਵਿੱਚ ਬਹੁਤ ਸਮਾਂ ਪਹਿਲਾਂ ਤੁਰਿਆ ਸੀ, ਔਰ ਉਸ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਸੀ ਕੀਤਾ ਜਾ ਸਕਿਆ, ਕਿਉਂਕਿ ਇੰਸਪੈਕਟਰੀ ਰਾਜ ਨੇ ਪੰਜਾਬ ਦੇ ਇੰਸਪੈਕਟਰੀ ਰਾਜ ਨੇ ਉਸ ਨਾਨਕ ਖੇਤੀ ਦੇ ਮਾਮਲੇ ਦੇ ਉੱਤੇ ਲੋਕਾਂ ਦੇ ਜੜੀ ਤੇਲ ਦਿੱਤਾ, ਅਫਸਰਸ਼ਾਹੀ ਦਿਖਾਈ, ਤੇ ਉਹ ਸਾਰਾ ਕੋਆਪਰੇਟਿਵ ਫਾਰਮਿੰਗ ਵਾਲੀ ਗੱਲ ਜਿਹੜੀ ਆ ਖੇਰੂ ਖੇਰੂ ਹੋ ਗਈ। ਤੋ ਮੁੜ ਕੇ ਫਿਰ ਇਸ ਗੱਲ ਨੂੰ ਰਿਵਾਈਵ ਕਰਨ ਦੀ ਸਹੀ ਪੈਟਰਨ ਦੇ ਉੱਤੇ ਜ਼ਰੂਰਤ ਹੋਏਗੀ, ਤਦੇ ਪੰਜਾਬ ਜਿਹੜਾ ਹੈ ਖੁਸ਼ਹਾਲ ਹੋ ਸਕੇਗਾ, ਇਸ ਦੀ ਖੇਤੀ ਵੱਧ ਸਕੇਗੀ, ਇਸ ਦਾ ਕਿਸਾਨ ਬਚ ਸਕੇਗਾ। ਜੀ ਪਲਾਹੀ ਸਾਹਿਬ, ਔਰ ਇੱਕ ਆਪਾਂ ਨਵੀਂ ਗੱਲ ਕਰਾਂਗੇ ਐਗਰੀਕਲਚਰ ਦੇ ਉੱਤੇ ਆਧਾਰਿਤ ਇੰਡਸਟਰੀ ਦੀ, ਐਗਰੋ ਬੇਸਡ ਇੰਡਸਟਰੀ। ਸੋ ਤੁਹਾਨੂੰ ਲੱਗਦਾ ਕਿ ਬਲਕਿ ਸਾਰੇ ਮਾਹਿਰ ਵੀ ਇਹ ਮੰਨਦੇ ਨੇ ਕਿ ਜਦੋਂ ਆਪਾਂ ਐਗਰੋ ਬੇਸਡ ਇੰਡਸਟਰੀ ਦੀ ਗੱਲ ਕਰਾਂਗੇ ਤਾਂ ਹੀ ਐਗਰੀਕਲਚਰ ਉન્નਤ ਹੋ ਸਕਦਾ ਹੈ, ਕਿਉਂਕਿ ਇਸ ਵਕਤ ਪੂਰੇ ਪੋਟੈਂਸ਼ੀਅਲ ਤੇ ਹੈ ਐਗਰੀਕਲਚਰ। ਇਸ ਤੋਂ ਜ਼ਿਆਦਾ ਗੁੰਜਾਇਸ਼ ਤਾਂ ਬਣ ਸਕਦੀ ਹੈ ਜੇ ਐਗਰੋ ਬੇਸਡ ਇੰਡਸਟਰੀ ਨੂੰ ਸ਼ਾਮਿਲ ਕੀਤਾ ਜਾਵੇ ਇਕੋਨਮੀ ਦੇ ਵਿੱਚ, ਉਹਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ, ਪੂੰਜੀ ਨਿਵੇਸ਼ ਹੋਵੇ। ਤੁਹਾਨੂੰ ਕੀ ਲੱਗਦਾ ਕਿ ਬਿਨਾਂ ਇੰਡਸਟਰੀਅਲ ਪਾਲਿਸੀ ਦੇ, ਬਿਨਾਂ ਐਗਰੀਕਲਚਰ ਪਾਲਿਸੀ ਦੇ ਅਸੀਂ ਇਹ ਟੀਚਾ ਮਿਥ ਲਈਏ ਕਿ ਅਸੀਂ ਤਰੱਕੀ ਕਰਨੀ ਹੈ, ਪੰਜਾਬ ਦੀ ਇਕੋਨਮੀ ਨੂੰ ਸਟਰੋਂਗ ਕਰਨ ਦੀ, ਇਹ ਕਰ ਸਕਦੇ ਹਾਂ ਵਿਦਆਊਟ ਐਨੀ ਰੋਡ ਮੈਪ, ਵਿਦਆਊਟ ਐਨੀ ਸਟ੍ਰੈਟਜੀ ਔਰ ਵਿਦਆਊਟ ਐਨੀ ਪਾਲਿਸੀ? ਦੇਖੋ, ਇਸ ਮਾਮਲੇ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਇਸ ਤੋਂ ਖੇਤੀ ਨੀਤੀ ਤੋਂ ਬਿਨਾਂ ਸਹੀ ਢੰਗ ਦੇ ਨਾਲ ਪੰਜਾਬ ਅੱਗੇ ਨਹੀਂ ਵੱਧ ਸਕਦਾ। ਪੰਜਾਬ ਦੇ ਵਿੱਚ ਬੜਾ ਕੁਝ ਜੀ ਉੱਗ ਰਿਹਾ, ਭਾਵੇਂ ਉਹ ਖਾਦਾਂ ਦੀ, ਜੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਦੇ ਨਾਲ ਬਹੁਤ ਵੱਡਾ ਪੈਦਾਵਾਰ ਹੈ, ਔਰ ਪੂਰੇ ਹਿੰਦੁਸਤਾਨ ਦੇ 50% ਤੋਂ ਉੱਪਰ ਜਿਹੜੇ ਲੋਕ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਜਿਹੜਾ ਹੈ ਪੰਜਾਬ ਵਿੱਚੋਂ ਜਾਂਦਾ। ਪਰ ਇਸ ਤੋਂ ਵੀ ਅਗਲੀ ਗੱਲ ਕਿ ਰਾ ਮਟੀਰੀਅਲ ਜਿਸ ਢੰਗ ਦੇ ਨਾਲ ਪੰਜਾਬ ਵਿੱਚੋਂ ਜਾਂਦਾ, ਉਸ ਰਾ ਮਟੀਰੀਅਲ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਲਗਾਈ ਗਈ। ਸਗੋਂ ਆਲੂ ਨੇ, ਉਹਨਾਂ ਦੇ ਚਿਪਸ ਬਣਦੇ ਨੇ, ਉਹ ਵੀ ਸਾਡੇ ਤੋਂ ਬਾਹਰ। ਕਪਾਸ ਸਾਡੇ ਬਹੁਤ ਹੁੰਦੀ ਆ, ਉਹ ਵੀ ਸਾਰੀ ਬਾਹਰ। ਤੇ ਜਿੰਨੀਆਂ ਇੰਡਸਟਰੀਜ਼ ਇੱਥੇ ਲਗਭਗ ਲੱਗੀਆਂ ਵੀ, ਉਹ ਵੀ ਬੁਰੀ ਤਰ੍ਹਾਂ ਫੇਲ ਕਰ ਦਿੱਤੀਆਂ ਗਈਆਂ। ਅਸਲ ਵਿੱਚ ਤਾਂ ਲੋੜ ਇਸ ਗੱਲ ਦੀ ਹੈ ਕਿ ਥਾਂ ਥਾਂ ਤੇ ਖੇਤੀ ਆਧਾਰਿਤ ਇੰਡਸਟਰੀਆਂ ਲੱਗਣ। ਟਮਾਟਰ ਦੇ ਇੱਥੇ ਉੱਗਦੇ ਨੇ ਤੇ ਸਾਡੇ ਕੋਲ ਉਸ ਨੂੰ ਬਕਾਇਦਾ ਤੌਰ ਤੇ ਜਿਵੇਂ ਮਾਰਕਫੈਡ ਨੇ ਪਲਾਂਟ ਲਾਏ ਨੇ, ਇਸ ਢੰਗ ਦੇ ਨਾਲ ਹੋਰ ਵੱਡੇ ਪਲਾਂਟ ਲੱਗਣ। ਇਸੇ ਢੰਗ ਦੇ ਨਾਲ ਜਿਹੜੀ ਮੱਕੀ ਹੈ ਉਸ ਤੋਂ ਸਟਾਰਚ ਬਣਾਉਣ ਦੀ ਫੈਕਟਰੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਪਰ ਉਸ ਤੋਂ ਵੀ ਅਗਲੀ ਪਹਿਲੀ ਗੱਲ ਇਹ ਕਿ ਖੇਤੀ ਦੀ ਜਿੰਨੀ ਉਪਜ ਹੈ ਉਸ ਨੂੰ ਥਾਂ ਥਾਂ ਦੇ ਉੱਤੇ ਪਿੰਡਾਂ ਵਿੱਚ ਸਟੋਰ ਕਰਨ ਲਈ ਸਟੋਰੇਜ, ਕੋਲਡ ਸਟੋਰੇਜ ਜਿਹੜੇ ਆ ਉਹ ਬਣਾਉਣ ਦੀ ਲੋੜ ਹੋਏਗੀ। ਇਸ ਜੀ ਮਾਮਲੇ ਦੇ ਉੱਤੇ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਗੌਰ ਨਹੀਂ ਕੀਤਾ, ਭਾਵੇਂ ਕਿ ਬਹੁਤ ਵਾਰੀ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੇ ਮਾਹਰ ਨੇ ਆਪਣੀ ਰਾਏ ਰੱਖਦੇ ਰਹੇ ਨੇ, ਪਰ ਇਸ ਮਾਮਲੇ ਦੇ ਉੱਤੇ ਸਦਾ ਪੰਜਾਬ ਪਛੜਿਆ ਰਿਹਾ। ਖੇਤੀ ਦੇ ਖੇਤਰ ਦੇ ਵਿੱਚ ਤਾਂ ਉਸਨੇ ਪਛੜਨਾ ਹੀ ਸੀ, ਉਦਯੋਗਿਕ ਖੇਤਰ ਦੇ ਵਿੱਚ ਵੀ ਉਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬਹੁਤੀ ਨਹੀਂ, ਕਿਉਂਕਿ ਵੱਡੇ ਉਦਯੋਗ ਜਿਹੜੇ ਆ ਪੰਜਾਬ ਵਿੱਚ ਕੇਂਦਰ ਸਰਕਾਰ ਨੇ ਪਾਸ ਹੀ ਨਹੀਂ ਕੀਤੇ ਤੇ ਲੱਗਣੇ ਨਹੀਂ ਦਿੱਤੇ। ਇਹੋ ਕਾਰਨ ਹੈ ਕਿ ਪੰਜਾਬ ਵਿੱਚ ਵੱਡੀ ਬੇਰੁਜ਼ਗਾਰੀ ਵੀ ਹੈ, ਔਰ ਇਸ ਬੇਰੁਜ਼ਗਾਰੀ ਕਾਰਨ ਪੰਜਾਬ ਅੱਤਵਾਦ ਦਾ ਵੀ ਸ਼ਿਕਾਰ ਹੋਇਆ, ਪੰਜਾਬ ਨਸ਼ਿਆਂ ਦੇ ਵਿੱਚ ਵੀ ਗਰਕਿਆ, ਪੰਜਾਬ ਪ੍ਰਵਾਸ ਹਟਾਉਣ ਲਈ ਵੀ ਮਜਬੂਰ ਕਰ ਦਿੱਤਾ ਗਿਆ। ਜੀ ਪਲਾਹੀ ਸਾਹਿਬ, ਇੱਕ ਚੀਜ਼ ਸਾਹਮਣੇ ਆਉਂਦੀ ਆ ਕਿ ਇੰਨੇ ਮਹੀਨੇ ਹੋ ਗਏ, ਮਤਲਬ ਭਾਵੇਂ 3 ਮਹੀਨੇ ਭਾਵੇਂ 4 ਮਹੀਨੇ ਹੋਏ ਔਰ ਬਜਟ ਆ ਚੁੱਕਾ, ਪਰ ਹਜੇ ਤੱਕ ਕੋਈ ਪਾਲਿਸੀ ਨਹੀਂ ਬਣੀ। ਇਹ ਵੇਟ ਕਰਦੇ ਪਏ ਨੇ ਕਿ ਜਿਹੜੀ ਇਹ ਕਮੇਟੀ ਬਣਾਈ ਹੈ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਸਲਾਹਕਾਰ ਕਮੇਟੀ, ਜਿਹਦੇ ਚੇਅਰਮੈਨ ਹੋਣਗੇ ਸ਼੍ਰੀ ਰਾਘਵ ਚੱਡਾ ਜੀ, ਇਹ ਕਮੇਟੀ ਕਦੋਂ ਕੰਮ ਕਰਨੀ ਸ਼ੁਰੂ ਕਰੇ ਤੇ ਇਹ ਕਮੇਟੀ ਹੀ ਪਾਲਿਸੀਆਂ ਬਣਾਵੇ, ਇੰਡਸਟਰੀਅਲ ਪਾਲਿਸੀ ਵੀ, ਐਗਰੀਕਲਚਰ ਪਾਲਿਸੀ ਵੀ, ਤੇ ਬਾਕੀ ਸਾਰੀਆਂ ਪਾਲਿਸੀਆਂ ਵੀ ਇਹੀ ਕਮੇਟੀ ਬਣਾਵੇ। ਇਸ ਗੱਲ ਦਾ ਇੰਤਜ਼ਾਰ ਕਰਦੇ ਪਏ ਨੇ, ਇਸੇ ਕਰਕੇ ਹੁਣ ਤੱਕ ਕੋਈ ਵੀ ਪਾਲਿਸੀ ਬਣੀ। ਦੇਖੋ, ਗੱਲ ਇਹ ਆ ਕਿ ਜੇ ਸਲਾਹਕਾਰ ਕਮੇਟੀ ਬਣਾ ਕੇ ਸਾਰਾ ਕੁਝ ਕਰਨਾ ਹੈ ਤੇ ਉਹਨਾਂ ਲੋਕਾਂ ਦੇ ਕੋਲੋਂ ਹੀ ਸਲਾਹਾਂ ਲੈਣੀਆਂ ਨੇ ਜਿਹੜੇ ਨਾ ਖੇਤੀ ਬਾਰੇ ਪੂਰੀ ਤਰ੍ਹਾਂ ਮਾਹਰ ਨੇ, ਨਾ ਉਹ ਇੰਡਸਟਰੀ ਖੇਤਰ ਦੇ ਵਿੱਚ ਉਹਨਾਂ ਦੀ ਕੋਈ ਵੱਡੀ ਦੇਣ ਹੈ। ਸਿਰਫ ਪੋਲੀਟੀਕਲ ਖੇਤਰ ਦੇ ਵਿੱਚ ਉਹ ਅੱਗੇ ਹੋ ਕੇ ਮਤਲਬ ਹੋਰ ਦੀ ਹੋਰ ਅੱਗੇ ਆ ਰਹੇ ਨੇ ਤੇ ਪੰਜਾਬ ਨੂੰ ਕੈਪਚਰ ਕਰਨ ਦਾ ਉਹਨਾਂ ਦਾ ਮੁੱਖ ਏਮ ਹੈ।
ਅਸਲ ਵਿੱਚ ਤਾਂ ਇੰਡਸਟਰੀਅਲ ਪਾਲਿਸੀ ਬਣਾਉਣ ਲਈ ਇੰਡਸਟਰੀਅਲ ਖੇਤਰ ਦੇ ਮਾਹਰ ਲੋਕਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ। ਖੇਤੀਬਾੜੀ ਪਾਲਿਸੀ ਬਣਾਉਣ ਲਈ ਸਾਡੇ ਕੋਲ ਇਕੋਨੋਮਿਸਟ ਬਹੁਤ ਸਾਰੇ ਨੇ, ਉਹਨਾਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਵੀ ਵੈਸੇ ਵੀ ਅੱਛੇ ਲੇਖਕ ਬੁੱਧੀਜੀਵੀ ਸਾਡੇ ਕੋਲ ਨੇ, ਜੋਹਲ ਸਾਹਿਬ ਵਰਗੇ। ਇਹਨਾਂ ਸਾਰਿਆਂ ਨੂੰ ਸਾਹਮਣੇ ਲਿਆ ਕੇ ਇੱਕ ਇਹੋ ਜਿਹੀਆਂ ਕਮੇਟੀਆਂ ਬਣਾਈਆਂ ਜਾਣ ਜਿਹੜੀਆਂ ਸਾਰਥਕ ਕੰਮ ਕਰ ਸਕਣ। ਸਿਰਫ ਪੋਲੀਟੀਕਲ ਗੇਨ ਕਰਨ ਦੀ ਖਾਤਰ ਬਣਾਈਆਂ ਹੋਈਆਂ ਕਮੇਟੀਆਂ ਨੇ ਕੁਝ ਵੀ ਕਰ ਨਹੀਂ ਸਕਣਾ। ਦੂਜੀ ਗੱਲ ਜਿਹੜੀ ਰਾਘਵ ਚੱਡਾ ਦੀ ਤੁਸੀਂ ਕੀਤੀ, ਉਹਨਾਂ ਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਿਟ ਤਾਂ ਚੱਲਣੀ ਲੱਗ ਪਈ ਆ, ਪਰ ਇੱਕ ਗੱਲ ਇਹ ਵੀ ਉਸ ਦੇ ਨਾਲ ਕਿਹੜੇ ਮੈਂਬਰ ਹੋਣਗੇ, ਉਹਨਾਂ ਦੇ ਕੋਲ ਕਿਹੜੇ ਅਧਿਕਾਰ ਹੋਣਗੇ, ਕਿਸ ਢੰਗ ਦੇ ਨਾਲ ਇਹ ਕਮੇਟੀ ਕੰਮ ਕਰੇਗੀ, ਕੀ ਇਸ ਦਾ ਖੇਤਰ ਇੰਡਸਟਰੀ ਜਾਂ ਖੇਤੀ ਹੋਏਗਾ ਜਾਂ ਹੋਰ ਵੀ ਸਾਰਾ ਕੁਝ ਹੋਏਗਾ, ਇਹ ਹਾਲੇ ਤੈਅ ਕਰਨਾ ਬਾਕੀ ਹੈ। ਔਰ ਇੰਨੀ ਕਾਹਲੀ ਦੇ ਵਿੱਚ ਚੇਅਰਮੈਨ ਥਾਪ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਨਾ ਕਰਨ ਦੀ ਜਿਹੜੀ ਨੀਤੀ ਅਪਣਾਈ ਜਾ ਰਹੀ ਹੈ ਔਰ ਸਿਆਸਤ ਦਾ ਲਾਹਾ ਲੈਣ ਲਈ ਜਿਹੜੀ ਨੀਤੀ ਅਪਣਾਈ ਜਾ ਰਹੀ ਹੈ, ਉਹਦਾ ਆਮ ਆਦਮੀ ਪਾਰਟੀ ਉਸ ਦੇ ਨਾਲ ਪੰਜਾਬ ਦੇ ਵਿੱਚ ਟਿਕ ਨਹੀਂ ਸਕੀ। ਜੀ ਪਲਾਹੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਇਸ ਵਿਸ਼ੇ ਦੇ ਉੱਤੇ। ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਦਿੱਤੇ ਹੋਏ ਵਿਚਾਰਾਂ ਦੇ ਨਾਲ ਇਹ ਮਸਲਾ ਬਿਲਕੁਲ ਕਲੀਅਰ ਹੋਇਆ ਹੋਵੇਗਾ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤਾਂ ਕਿ ਇਸ ਮਸਲੇ ਦੇ ਉੱਤੇ ਹੋਰ ਵੀ ਗੱਲ ਹੋ ਸਕੇ। ਸੋ ਬਹੁਤ ਬਹੁਤ ਸ਼ੁਕਰੀਆ ਪਲਾਹੀ ਸਾਹਿਬ ਤੁਹਾਡਾ ਸਾਡੇ ਨਾਲ ਇਸ ਵਿਚਾਰ ਵਟਾਂਦਰੇ ਵਾਸਤੇ, ਬਹੁਤ ਬਹੁਤ ਸ਼ੁਕਰੀਆ। ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉਹ ਪੰਜਾਬ ਚਰਚਾ ਦਾ ਹਿੱਸਾ ਬਣਦੇ ਨੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਪੰਜਾਬ ਮੇਲ USA TV, ਤੇ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।